वाहिगुरु जी का खालसा वाहिगुरु जी की फतेह। परम सन्मानयोग सतगुरु जी दे हजूर जुड़मिल बैठे रब रूप गुरमुख सत्संगी जन, सतगुरु जी की रहमत नाल सतगुरु जी के दर ते जुड़ के बहन का मौका नसीब होया है। सतगुरु के दर जुड़ के गुरु की बाणी द्वारा वाहिगुरु नाल जुड़न का, परमेश्वर नाल सांझ पाउण का यतन कर रहे हैं। सतगुरु सोझी दिंदे ने कि जदों मनुख कुछ हासिल कर लैंदा, जिवें धन दौलत, कोई वस्तु हासिल कर लैंदा तां इह कुछ चीज़ां तो, कुछ गल्लां तो मुक्त हो जाता है जां बेप्रवाह हो जाता है। क्यों? क्योंकि हुण कुछ है कोल, हुण चार पैसे हैगे ने, इसलिए हुण कोई बहुती प्रवाह करन दी जरूरत नहीं। प्रवाह तां करिए जे कोल कुछ ना होवे, क्योंकि जिस कोल कुछ है ही नहीं उन्होंने फिक्र लगेगी, वो परवाह करेगा कि धी पुत का ब्याह करना है, पैसा कोल है नहीं, उसकी परवाह जायज़ है। कि कोल कुछ भी नहीं है, वो फिक्रमंद है। पर जदों चार पैसे आ गए कोल, फिर नहीं बंदा परवाह करता, उसनों पता है कि हाँ इन्ना क तां है। सतगुरु कहंदे ये तां सिर्फ माया की गल है, पैसे की, कि चार पैसे आए तां बंदा बेप्रवाह हो जाता है। पर सतगुरु कहंदे जरा सोचो इस गल नूं कि जदों बंदे दे कोल वाहिगुरू दे नाम दी दौलत आ जाती है, जदों नाम धन आ जाता है, तां उदों उहदी बेप्रवाही देखो। वो कैसा बेप्रवाह, जदों वाहिगुरू मिल गया जां परमेश्वर दा नाम मिल गया, उहदे नाम दी दौलत मिल गई, वो सब कासे तो बेप्रवाह हो गया, बेखौफ, कोई डर नहीं, कोई चिंता नहीं, कोई फिक्र नहीं। सतगुरु कहंदे तो परवाह के ही क्या कीजै, तदों किसी चीज़ की भला की परवाह हो सकती है, की परवाह की जावे। जन्म जन्म किछ लीजी लीजै, जो जन्मां जन्मांतरां दी लैण वाली, हासिल करन वाली चीज़ सी ना, जदों वो चीज़ मिल गई, जिन्हों कई जन्मां तो लभदे सां, जिन्हों कई जन्मां तो भाल कर रहे सां कि वो चीज़ मिल जाए, असल विच तलाश तां उस नाम धन दी ही है। वो नहीं लभदा, इसलिए दुनियावी धन मगर पए रहिंदे आ। जे गहरे देखिए, जरा गौर नाल देखिए, तो बंदे दी इच्छा परमेश्वर दी ही है। साडी बुद्धि उत्थे तक पहुंचती नहीं, इसलिए साडी बुद्धि दुनियावी चीज़ां तक सीमित रहिंदी है, इसलिए असीं उन्हां चीज़ां नूं हासिल करन दी दौड़ विच लगे रहिंदे हां।
ਚਾਹੁੰਦਾ ਬੰਦਾ ਇਹੀ ਹੈ ਕਿ ਐਸੀ ਦੌਲਤ ਹੋਵੇ, ਐਸਾ ਧਨ ਹੋਵੇ ਜਿਹੜਾ ਕਦੇ ਮੁੱਕੇ ਨਾ, ਤੇ ਐਸਾ ਕੋਈ ਧਨ ਦੁਨੀਆ ਵਿੱਚ ਹੈ ਹੀ ਨਹੀਂ। ਐਸੀ ਕੋਈ ਦੌਲਤ ਇਸ ਸੰਸਾਰ ਵਿੱਚ ਮੌਜੂਦ ਹੀ ਨਹੀਂ। ਚਾਹਤ ਬੰਦੇ ਦੀ ਇਹੀ ਹੈ ਕਿ ਇਸ ਐਸਾ ਰੁਤਬਾ ਹੋਵੇ ਕਿ ਉਸ ਰੁਤਬੇ ਤੋਂ ਮੈਨੂੰ ਕੋਈ ਉਤਾਰ ਨਾ ਸਕੇ, ਐਸਾ ਅਹੁਦਾ ਹੋਵੇ ਕਿ ਕੋਈ ਬੰਦਾ ਉੱਥੋਂ ਮੈਨੂੰ ਉਤਾਰ ਕੇ ਉਹਦੇ ਤੇ ਬਹਿ ਨਾ ਜਾਵੇ, ਤੇ ਐਸਾ ਕੋਈ ਅਹੁਦਾ ਦੁਨੀਆ ਦੇ ਵਿੱਚ ਹੈ ਹੀ ਨਹੀਂ ਹੈ। ਕਿਉਂਕਿ ਹਰ ਅਹੁਦੇ ਤੋਂ ਇੱਕ ਦਿਨ ਬੰਦੇ ਨੂੰ ਉਤਰਨਾ ਹੀ ਪੈਂਦਾ ਹੈ। ਕੋਈ ਮੰਤਰੀ ਹੋਵੇ, ਕੋਈ ਮੁੱਖ ਮੰਤਰੀ, ਕੋਈ ਪ੍ਰਧਾਨ ਮੰਤਰੀ, ਕੋਈ ਰਾਸ਼ਟਰਪਤੀ, ਕੋਈ ਰਾਜਾ ਮਹਾਰਾਜਾ, ਕੋਈ ਵੀ, ਉਹਨੂੰ ਕੋਈ ਹੋਰ ਨਹੀਂ ਉਤਾਰੇਗਾ ਤਾਂ ਮੌਤ ਉਤਾਰ ਦੇਗੀ। ਵਿਰੋਧੀ ਪਾਰਟੀ ਨਾ ਉਤਾਰੇਗੀ ਤਾਂ ਮੌਤ ਨੇ ਤਾਂ ਲਾ ਹੀ ਦੇਣਾ ਫਿਰ। ਇਸ ਲਈ ਚਾਹਤ ਬੰਦੇ ਦੀ ਇਹੀ ਹੈ ਕਿ ਐਸਾ ਰੁਤਬਾ ਮਿਲੇ ਜਿਸ ਰੁਤਬੇ ਦੇ ਬਰਾਬਰ ਕੋਈ ਹੋਰ ਰੁਤਬਾ ਨਾ ਹੋਵੇ, ਜਿਹਦੇ ਤੋਂ ਕੋਈ ਮੈਨੂੰ ਉਤਾਰ ਨਾ ਸਕੇ, ਤੇ ਐਸਾ ਰੁਤਬਾ ਕੋਈ ਨਹੀਂ ਹੈ ਇਸ ਦੁਨੀਆ ਵਿੱਚ। ਪਰ ਚਾਹਤ ਇਹੀ ਹੈ, ਮਾਣ ਵਡਿਆਈ ਪ੍ਰਤਿਸ਼ਠਾ ਚਾਹੁੰਦਾ ਹੈ ਬੰਦਾ, ਪਰ ਕੋਈ ਵੀ ਮਾਣ ਵਡਿਆਈ, ਕੋਈ ਵੀ ਪ੍ਰਤਿਸ਼ਠਾ ਹਮੇਸ਼ਾ ਨਹੀਂ ਬਣੀ ਰਹਿੰਦੀ। ਕਿਉਂਕਿ ਸਮਾਂ ਹੈ ਨਾ, ਕਿ ਅੱਜ ਕਿਸੇ ਬੰਦੇ ਦਾ ਸਮਾਂ, ਅੱਜ ਉਹਦੀ ਵਡਿਆਈ ਹੈ, ਕੱਲ ਕਿਸੇ ਹੋਰ ਦੀ ਸੀ। ਅੱਜ ਕਿਸੇ ਹੋਰ ਦੀ ਹੈ, ਕੱਲ ਨੂੰ ਕਿਸੇ ਹੋਰ ਦੀ ਸੋਭਾ ਹੋਏਗੀ, ਕੱਲ ਨੂੰ ਕਿਸੇ ਹੋਰ ਦੀ ਵਡਿਆਈ ਹੋਏਗੀ। ਬਸ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਹੈ। ਸਤਿਗੁਰੂ ਕਹਿੰਦੇ ਸਿਰਫ ਵਾਹਿਗੁਰੂ ਦਾ ਨਾਮ ਧਨ ਹੀ ਹੈ ਜਿਹੜਾ ਕਦੇ ਮੁੱਕਦਾ ਨਹੀਂ। ਸਿਰਫ ਵਾਹਿਗੁਰੂ ਦੇ ਨਾਮ ਦਾ ਪਦ ਹੀ ਹੈ ਜਿਹਨੂੰ ਹਾਸਲ ਕਰਕੇ ਬੰਦੇ ਨੂੰ ਕੁਝ ਹੋਰ ਹਾਸਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਤੇ ਇਸ ਪਦ ਨੂੰ ਕੋਈ ਖੋ ਨਹੀਂ ਸਕਦਾ ਕਿ ਕੋਈ ਹੋਰ ਖੋਲੇਗਾ ਕਿਸੇ ਤਰ੍ਹਾਂ ਚਲਾਕੀ ਨਾਲ, ਕਿਸੇ ਤਰ੍ਹਾਂ ਇੱਧਰ ਉੱਧਰ ਕੋਈ ਸਾਡੀਆਂ ਗਲਤ ਗੱਲਾਂ ਕਰਕੇ ਕੋਈ ਖੋਲੇਗਾ ਸਾਡੇ ਕੋਲੋਂ। ਐਸਾ ਨਹੀਂ ਹੈ। ਬੰਦੇ ਦੀ ਚਾਹਤ ਇਹੀ ਹੈ, ਪਰ ਉਸ ਦੀ ਕਦੇ ਸਮਝ ਨਹੀਂ ਆਉਂਦੀ। ਸ਼ਾਇਦ ਇਹੀ ਕਾਰਨ ਹੈ ਕਿ ਸਭ ਚੀਜ਼ਾਂ ਹਾਸਲ ਕਰਨ ਤੋਂ ਬਾਅਦ ਬੰਦਾ ਸੰਤੁਸ਼ਟ ਨਹੀਂ ਹੁੰਦਾ। ਧਨ ਹਾਸਲ ਕਰਕੇ, ਦੌਲਤ ਸ਼ੌਹਰਤ ਹਾਸਲ ਕਰਕੇ, ਰੁਤਬਾ ਹਾਸਲ ਕਰਕੇ, ਮਾਣ ਵਡਿਆਈ ਹਾਸਲ ਕਰਕੇ, ਸਭ ਕੁਝ ਹਾਸਲ ਕਰਕੇ ਵੀ ਸੰਤੁਸ਼ਟ ਨਹੀਂ ਹੁੰਦਾ, ਕਿਉਂਕਿ ਉਹ ਵਾਹਿਗੁਰੂ ਨਹੀਂ ਮਿਲਦਾ, ਉਹ ਪਰਮੇਸ਼ਰ ਨਹੀਂ ਮਿਲਦਾ, ਉਹਦਾ ਨਾਮ ਨਹੀਂ ਮਿਲਦਾ, ਉਦੋਂ ਤੱਕ ਸੰਤੁਸ਼ਟੀ ਨਹੀਂ ਆਉਂਦੀ। ਇਸ ਲਈ ਸਤਿਗੁਰੂ ਕਹਿੰਦੇ ਇਹ ਜਨਮਾਂ ਜਨਮਾਂ ਦੀ ਇਹ ਜੋ ਚਾਹਤ, ਜਨਮਾਂ ਜਨਮਾਂਤਰਾਂ ਦੀ ਜੋ ਇਹ ਇੱਛਾ, ਉਹਦੇ ਵਿੱਚ ਲੀਨ ਹੋਣ ਦੀ, ਜਨਮਾਂ ਜਨਮਾਂਤਰਾਂ ਦੀ ਉਹ ਵਸਤੂ ਜਿਹਨੂੰ ਹਾਸਲ ਕਰਨ ਲਈ ਬੜੇ ਖੱਜਲ ਹੋਏ ਆ, ਸਤਿਗੁਰੂ ਕਹਿੰਦੇ ਜਦੋਂ ਉਹ ਮਿਲ ਜਾਂਦੀ ਹੈ ਤਾਂ ਫਿਰ ਬੰਦਾ ਬੇਪਰਵਾਹ ਹੋ ਜਾਂਦਾ ਹੈ। ਤੋ ਪ੍ਰਵਾਹ ਕਾਹੂ ਕੀ ਕੇਹੀ ਕੀਜੈ। ਸਤਿਗੁਰੂ ਕਹਿੰਦੇ ਕੇਹੀ ਪ੍ਰਵਾਹ ਕਰੀਏ, ਫਿਰ ਨਹੀਂ ਉਹ ਪ੍ਰਵਾਹ ਕਰਦਾ। ਜਨਮ ਜਨਮ ਕਿਛ ਲੀਜੀ ਲੀਜੈ, ਜਨਮਾਂ ਜਨਮਾਂਤਰਾਂ ਦੀ ਉਹ ਦਾਤ ਲੈ ਲਈ, ਉਹ ਵਸਤੂ ਹਾਸਲ ਕਰ ਲਈ। ਇਸ ਲਈ ਸਤਿਗੁਰੂ ਕਹਿੰਦੇ ਖਿਆਲ ਰੱਖਣਾ ਕਿ ਉਸ ਵਾਹਿਗੁਰੂ ਨੂੰ ਹਾਸਲ ਕਰਕੇ ਹੀ ਸੁੱਖ ਮਿਲਣਾ ਹੈ। ਨਿਰੀਆਂ ਗੱਲਾਂ ਨਾਲ ਸੁੱਖ ਹਾਸਲ ਨਹੀਂ ਹੁੰਦਾ, ਨਿਰੀਆਂ ਗੱਲਾਂ ਨਾਲ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਉਸ ਵਾਹਿਗੁਰੂ ਦੇ ਨਾਲ ਜੁੜ, ਪਰ
ਬੰਦੇ ਦੀ ਹਾਲਤ ਸਤਿਗੁਰੂ ਕਹਿੰਦੇ ਇਹ ਹੈ ਕਿ ਬੰਦੇ ਕੋਲ ਸਿਵਾਏ ਰੱਬ ਦੀਆਂ ਗੱਲਾਂ, ਸਿਵਾਏ ਧਰਮ ਦੀਆਂ ਗੱਲਾਂ ਤੋਂ ਇਹਦੇ ਪੱਲੇ ਹੋਰ ਕੱਖ ਨਹੀਂ ਹੈ। ਸਿਰਫ ਫੋਕੀਆਂ ਗੱਲਾਂ ਨੇ, ਫੋਕੀਆਂ। ਸਤਿਗੁਰੂ ਕਹਿੰਦੇ ਗੱਲਾਂ ਦਾ ਭਾਰ ਹੈ ਬੰਦੇ ਨੇ ਲੱਦਿਆ ਹੋਇਆ ਆਪਣੇ ਸਿਰ ਤੇ। ਮੈਂ ਗੁਣ ਗੱਲਾਂ ਕੇ ਸਿਰ ਭਾਰ। हे ਸੱਚੇ ਪਾਤਸ਼ਾਹ, ਮੇਰੇ ਕੋਲ ਆਹੀ ਗੁਣ ਹੈ ਕਿ ਮੇਰੇ ਕੋਲ ਸਿਵਾਏ ਗੱਲਾਂ ਤੋਂ ਹੋਰ ਕੁਝ ਹੈ ਹੀ ਨਹੀਂ। ਧਰਮ ਦੀ ਚਰਚਾ, ਪਰਮੇਸ਼ਰ ਦੀ ਚਰਚਾ, ਬਸ ਇਹਨਾਂ ਗੱਲਾਂ ਤੋਂ ਇਲਾਵਾ ਬੰਦੇ ਦੇ ਕੋਲ ਧਰਮ ਤੇ ਹੈ ਨਹੀਂ, ਪਰਮੇਸ਼ਰ ਤੇ ਹੈ ਨਹੀਂ। ਬਸ ਪੜ੍ਹ ਲਿਆ ਹੈ, ਸੁਣ ਲਿਆ ਹੈ ਤੇ ਉਹੀ ਗੱਲਾਂ ਕਰੀ ਜਾਂਦਾ ਹੈ। ਸਤਿਗੁਰੂ ਕਹਿੰਦੇ ਗੱਲਾਂ ਨਾਲ ਕਦੇ ਕੁਝ ਹਾਸਲ ਹੁੰਦਾ ਨਹੀਂ, ਗੱਲਾਂ ਨਾਲ ਕੋਈ ਪ੍ਰਾਪਤੀ ਹੁੰਦੀ ਨਹੀਂ। ਕਿ ਜੇ ਅਸੀਂ ਕਹੀਏ ਕਿ ਅਸੀਂ ਧਰਮ ਦੀ ਬੜੀ ਚਰਚਾ ਕਰਦੇ ਹਾਂ, ਬੜੀਆਂ ਗੱਲਾਂ ਕਰਦੇ ਹਾਂ, ਗੱਲਾਂ ਕਰਨ ਨੂੰ ਸਵੇਰ ਤੋਂ ਸ਼ਾਮ ਤੱਕ ਕਰੀ ਜਾਈਏ, ਕੁਝ ਹਾਸਲ ਹੁੰਦਾ ਹੈ? ਲੋਕ 2-2, 3-3 ਘੰਟੇ ਕਿਸੇ ਇੱਕ ਟੌਪਿਕ ਦੇ ਉੱਤੇ ਗੱਲਾਂ ਕਰਦੇ ਰਹਿੰਦੇ ਨੇ, ਕਿਸੇ ਦੀ ਨਿੰਦਾ ਕਰਦੇ ਰਹਿੰਦੇ ਨੇ, ਕੋਈ ਇੱਧਰ ਉੱਧਰ ਦੀਆਂ ਗੱਲਾਂ। ਕੁਝ ਮਿਲਦਾ ਹੈ? ਕੁਝ ਵੀ ਨਹੀਂ। ਬੜੀ ਹੈਰਾਨਗੀ ਹੁੰਦੀ ਕਿ ਲੋਕ ਆਉਂਦੇ ਗੁਰਦੁਆਰੇ ਨੇ, ਪਰ ਗੁਰਦੁਆਰੇ ਦੇ ਬਾਹਰ ਗੇਟ ਦੇ ਉੱਤੇ ਕੋਈ ਆਪਣਾ ਜਾਣਕਾਰ, ਕੋਈ ਮਿੱਤਰ ਟੱਕਰ ਜਾਂਦਾ, ਅੱਧਾ ਘੰਟਾ ਪੌਣਾ ਘੰਟਾ ਉਹਦੇ ਨਾਲ ਗੱਲਾਂ 'ਚ ਖਰਾਬ ਕਰ ਦੇਣਗੇ। 10 ਮਿੰਟ ਗੁਰਦੁਆਰੇ ਬਹਿ ਕੇ ਕੀਰਤਨ ਨਹੀਂ ਸੁਣ ਸਕਦੇ। 10 ਮਿੰਟ ਬੈਠਣਾ ਔਖਾ ਲੱਗਦਾ, ਪਰ ਘੰਟਾ ਭਰ ਗੱਲਾਂ ਕਰਨੀਆਂ ਸੌਖੀਆਂ ਲੱਗਦੀਆਂ। ਤੇ ਉਹਨਾਂ ਨੂੰ ਪੁੱਛੋ ਕਿ ਕੀ ਗੱਲ ਕਰ ਰਹੇ ਸੀ, ਉਹ ਕਹਿੰਦੇ ਜੀ ਧਰਮ ਦੀ ਗੱਲ ਕਰ ਰਹੇ ਸਾਂ। ਬੰਦੇ ਕੋਲ ਸਿਵਾਏ ਗੱਲਾਂ ਤੋਂ ਹੋਰ ਕੁਛ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਗੱਲਾਂ ਨਾਲ ਰੱਬ ਦੇ ਦਰ ਨਹੀਂ ਅੱਪੜਿਆ ਜਾਂਦਾ। ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੇ ਨਾ ਪਾਇਆ। ਸਤਿਗੁਰੂ ਕਹਿੰਦੇ ਬੜੇ ਇੱਥੇ ਫਿਰਦੇ ਨੇ, ਗੱਲਾਂ ਕਰਦੇ, ਪਰ ਗੱਲਾਂ ਨਾਲ ਕਿਸੇ ਨੇ ਨਹੀਂ ਪ੍ਰਾਪਤ ਕੀਤਾ। ਭਾਈ ਗੁਰਦਾਸ ਕਹਿੰਦੇ ਪੂਸ਼ਕ ਪਥਿਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਐ। ਕਿ ਆਪਣੇ ਪ੍ਰਭੂ ਦੇ, ਆਪਣੇ ਪ੍ਰੀਤਮ ਦੇ ਘਰ ਗੱਲਾਂ ਨਾਲ ਨਹੀਂ ਪਹੁੰਚਿਆ ਜਾਂਦਾ, ਗੱਲਾਂ ਨਾਲ ਨਹੀਂ। ਗੱਲਾਂ ਸੁਣ ਕੇ ਇੰਜ ਲੱਗਦਾ ਕਿ ਬੰਦਾ ਬੜਾ ਧਾਰਮਿਕ ਹੋਵੇਗਾ, ਕਿਉਂਕਿ ਧਰਮ ਦੀ ਗੱਲ ਕਰਦਾ ਰਹਿੰਦਾ ਹੈ, ਪਰਮੇਸ਼ਰ ਦੀ ਗੱਲ ਕਰਦਾ ਰਹਿੰਦਾ ਹੈ, ਸਿਮਰਨ ਦੀ, ਸਾਧਨਾ ਦੀ ਗੱਲ ਕਰਦਾ ਰਹਿੰਦਾ ਹੈ। ਇਸ ਲਈ ਇਹ ਜ਼ਰੂਰ ਧਾਰਮਿਕ ਹੋਵੇਗਾ, ਪਰ ਧਰਮ ਦੀਆਂ ਸਿਰਫ ਗੱਲਾਂ ਨੇ, ਧਰਮ ਨਹੀਂ ਹੈ ਕੋਲ। ਪਰਮੇਸ਼ਰ ਦੀਆਂ ਗੱਲਾਂ ਨੇ, ਪਰਮੇਸ਼ਰ ਨਹੀਂ ਹੈ ਕੋਲ। ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਸਤਿਗੁਰੂ ਕਹਿੰਦੇ ਜੇ ਇਹਨਾਂ ਗੱਲਾਂ ਵਿੱਚ ਉਹ ਪ੍ਰਮਾਤਮਾ ਛਿਪਿਆ, ਉਸ ਸਿਰਜਣਹਾਰ ਦੀ ਗੱਲ ਹੋ ਰਹੀ ਹੈ, ਕਿਸੇ ਦੀ ਨਿੰਦਾ ਨਹੀਂ, ਕਿਸੇ ਦੀ ਚੁਗਲੀ ਨਹੀਂ। ਤੁਸੀਂ ਖੜੇ ਗੱਲਾਂ ਕਰ ਰਹੇ ਹੋ ਕਿਸੇ ਨਾਲ, ਕਰੋ, ਪਰ ਸਤਿਗੁਰੂ ਕਹਿੰਦੇ ਉਹ ਗੱਲਾਂ ਪ੍ਰਮਾਤਮਾ ਦੀਆਂ ਹੋਣ, ਉਹਦੀ ਬੰਦਗੀ ਦੀਆਂ ਹੋਣ, ਉਹਦੇ ਸਿਮਰਨ ਦੀਆਂ ਹੋਣ, ਕਿ ਉਸ ਨਾਲ ਕਿਵੇਂ ਜੁੜਿਆ ਜਾਵੇ, ਕਿਵੇਂ ਉਹਦੇ ਨਾਲ ਸਾਂਝ ਪਾਈ ਜਾਵੇ। ਸਤਿਗੁਰੂ ਕਹਿੰਦੇ ਆਹ ਡਿਸਕਸ ਹੋਵੇ, ਫਿਰ ਤਾਂ ਹੈ ਗੱਲ। ਹਾਂ ਤੁਸੀਂ ਕੁਝ ਨਹੀਂ ਜਾਣਦੇ, ਉਹ ਪੁੱਛਣ ਲਈ ਗੱਲ ਹੋਵੇ। ਕੋਈ ਦੂਸਰਾ ਕੁਝ ਨਹੀਂ ਜਾਣਦਾ, ਉਹ ਤੁਹਾਡੇ ਕੋਲੋਂ ਕੁਝ ਪੁੱਛੇ, ਬਸ ਇਸ ਤਰ੍ਹਾਂ। ਸਤਿਗੁਰੂ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਗੱਲ ਨਾ ਹੋਵੇ, ਇੱਧਰ ਉੱਧਰ ਦੀਆਂ ਗੱਲਾਂ ਨਾ ਹੋਣ, ਨਿੰਦਾ ਚੁਗਲੀ ਦੀਆਂ ਗੱਲਾਂ ਨਾ ਹੋਣ, ਮਾਇਆ ਦੀਆਂ ਗੱਲਾਂ ਨਾ ਹੋਣ।
उस वाहिगुरू की गल होवे। गल्ली गल्लां सिरजणहार, खाना पीना हसना बाद। सतगुरु कहते खाना पीना हसना वो बाद बेकार है। क्यों? क्योंकि जब लग हृदय ना आवे याद। जब तक परमात्मा की याद नहीं ना हिरदे विच आउंदी, तद तक सतगुरु कहते खाना पीना आ उच्ची उच्ची खिड़खड़ा के हसना ये बेकार है। हसना बुरा नहीं है, ख्याल रखना। खाना पीना बुरा नहीं, सतगुरु कहते तां बुरा है, तां भैड़ा है जे बंदे नूं सब कुछ खा पी के भी रब दा चेता ही नहीं आउंदा। वो हसदा है ते उसनूं रब दा चेता ही नहीं आउंदा। हसण गाउण दे विच, नच्चण गाउण विच उलझिया रहिंदा है, पर वाहिगुरू दा चेता ही नहीं। सतगुरु कहते फिर ओहदा खाना पीना हसना सब बेकार। वाहिगुरू की याद ही नहीं, परमेश्वर का चेता ही नहीं। इसलिए फिर सतगुरु कहते ओहदा ये खाना पीना बेकार। इसलिए तो सतगुरु ने क्या कि फिट अवेहा जीव्या जित खाए ਵਧਾਇਆ पेट, कि ओहदा जीवना ही फिटकार जोग है कि खा खा के पेट ਵਧਾ लिया बस। खाए खाए करे बदफैली जान विशु की बाड़ी जियो। खा खा के सतगुरु कहते गंदगी फैला रहा, और कुछ भी नहीं कर रहा। सतगुरु कहते बाबा होर खाना खुशी खुआर, जित खाधै तन पीड़िया, मन में चलै विकार। कि मन विच विकार चल पैण जिस खाने नाल, जिस भोजन नाल मन विच वासनावां पैदा हो जाण, सतगुरु कहते वो खाना बेकार है, जिहड़ा मन दियां खुशियां नूं बर्बाद कर देवे। इसलिए सतगुरु समझाउंदे, सतगुरु कहते जे वाहिगुरू की याद हिरदे विच है तां रुखी रोटी का भी बड़ा स्वाद है। तां रुखी सुखी बेई कवेई रोटी भी बड़ा स्वाद दिंदी है जे परमेश्वर की याद है। जे परमेश्वर की याद नहीं है तां सतगुरु कहते तरह तरह के 36 प्रकार के भोजन भी वो जहर वर्गे ने। सतगुरु ने जिक्र किया बाणी अंदर, सतगुरु कहते संतन का दाना रूखा सो सर्व निदान। कि संतां दा साधुआं दा रुखा सुखा दाना, रुखी सुखी रोटी वो भी सर्व निदान, सब कुछ ਉਹਦੇ ਵਿੱਚ, सब रस ने ਉਹਦੇ ਵਿੱਚ। सतगुरु कहते साकत दे घर विच अमृत 36 प्रकार के भोजन ने ते बिखू समान, वो जहर वर्गे ने, वो जहर जैसे ने। बेशक ਉਹਦੇ घर ਦੇ ਵਿੱਚ 36 प्रकार का भोजन है, खाण पीण ਦੀਆਂ बेअंत वस्तुआं ने, पर जे परमात्मा की याद नहीं हिरदे विच तां ਉਹਦਾ ਉਹ खाना जहर है। इसलिए तो फरीद साहब ने कहा, फरीद साहब कहते दूसरे के घर दे विच की बन रहा, दूसरे की थाली विच की है, इधर ध्यान देने की जरूरत नहीं। तुसीं अपनी थाली विच देखो, जैसा भी रुखा सुखा है खाओ ते परमात्मा का नाम लो। रुखी सुखी खाए क्या ठंडा पानी पियो, कि पी पानी ते अपने घर दी खा ते उस परमात्मा की याद हिरदे विच वसा। उहदे विच बड़ा आनंद है, बड़ा सुकून है उहदे विच। इस करके सतगुरु कहते उस वाहिगुरू नूं सिमर, खाना पीना हसना बाद, जब लग हृदय ना आवे याद। जब तक परमात्मा की याद नहीं ना दिल विच आउंदी, तद तक ये सब चीज़ां बेकार ने, इन्हां दी कोई वैल्यू नहीं है। तो परवाह के ही क्या कीजै, जन्म जन्म किछ लीजी लीजै। जन्मां जन्मांतरां दी वस्तु जदों बंदा हासिल कर लैंदा
फिर वो किसी की परवाह नहीं करता, फिर वो किसी चीज़ की फिक्र नहीं करता। सतगुरु कहते जाका मीत साजन है समिया तिस जन को कह का की कमियां। ਉਹਨੂੰ ਭਲਾ ਕਿਸੇ ਚੀਜ਼ ਦੀ ਕੀ ਕਮੀ, ਕਿਸੇ ਚੀਜ਼ ਦੀ ਕੀ ਫਿਕਰ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਆ ਵਸਿਆ ਹੋਵੇ, ਜਿਹਦਾ ਮਿੱਤਰ ਪਰਮੇਸ਼ਰ ਹੋਵੇ। ਰਹਾਉ ਮਨ ਕੀ ਮਤ ਮਤਾਗਲ ਮੱਤਾ। ਬੰਦਾ ਸਤਿਗੁਰੂ ਕਹਿੰਦੇ ਮਨ ਦੀ ਮੱਤ ਵਿੱਚ, ਅਹੰਕਾਰ ਵਿੱਚ ਮਸਤ ਹੋਇਆ ਫਿਰਦਾ ਹੈ, ਜਿਵੇਂ ਹਾਥੀ ਮਸਤ ਹੋਇਆ ਹੁੰਦਾ ਹੈ। ਜਿਵੇਂ ਹਾਥੀ ਮਸਤ ਹੈ ਨਾ, शराब पी ली हाथी ने, वो मस्त हो गया। हाथी नूं शराब पिला दी गई तो वह मस्त होया, इधर उधर सिर मारदा फिरदा, चीज़ां दा नुकसान करदा फिरदा नशे विच। हाथी दे उत्ते साल विच एक दिन आउंदा है जिस दिन वह पूरा मस्त होया हुंदा ते अपने ही साथियां दा नुकसान करदा। जंगल दे दरख्तां नूं इधर उधर भन्नदा फिरदा है, उन्हां दे विच वजदा फिरदा है, अपने साथियां ते हमला करदा है, पूरा मस्त होया हुंदा है काम वासना विच। सतगुरु कहंदे बंदा जदों अहंकार विच हुंदा है ना, तां उस हाथी वर्गा हुंदा है। तां अहंकार विच ये अपना पराया नहीं देखदा। मन की मत मतागल मत्ता, पूरा मस्त होया अहंकार विच, किसी चीज़ दे अहंकार विच, कोई रुतबे दे अहंकार विच, पैसे दे अहंकार विच, कि बंदा अपने नूं भी नहीं पहचानदा। जदों अहुदा हासिल कर लैंदा है, पैसा हासिल कर लैंदा है, भुल जांदा है अपने नूं, अपने प्यारिਆਂ नूं, सब नूं बस उस अहुदे दा चेता रहिंदा कि मैं कुछ हो गया उस नूं हासिल करके। मन की मत मतागल मत्ता, जो कुछ बोली है सब खतो खता। तो इस तरह हंकारी आदमी जो कुछ भी बोलता है, सतगुरु कहते खता ही करता है, गलत ही बोलता है। क्योंकि अहंकार विच जो भी बोलेगा वो अपने आप नूं वड्डा उच्चा ते दूसरिਆਂ नूं नीवा सिद्ध करने की कोशिश करेगा। ख्याल रखना वो बंदा अपने आप नूं इस ढंग नाल पेश करदा है, कई बारी अपने आप नूं नीवा कह के भी दूसरिਆਂ दे सामने उच्चा कर लैंदा है। आप दी गलती दूसरे दे सिर मढ़ दिंदा है, जिन्हों आपां आम कहंदे ने नाले चोर नाले चतर, अहंकारी आदमी। क्योंकि अहंकारी आदमी वो जो कुछ बोलदा है गलत ही बोलेगा, पर दूसरे नूं गलत सिद्ध कर दिंदा है। हंकार दे विच बोलिया होया वचन वो खता भरिया, गलती भरिया हुंदा है। जो कुछ बोली है सब खतो खता, क्या मूँह लै कीचै अरदास। किहड़े मूँह दे नाल उहदे सामने खलो के अरदास करिए, किहड़े मूँह नाल? क्यों? सतगुरु कहंदे क्योंकि पाप पुण्य दोए साखी पास। साडे जीवन विच कीते हुए पाप ते पुण्य ये साडे साखी बनते हैं। साखी का मतलब हुंदा है गवाही, गवाह, ये साडे गवाह बनते हैं कि असी जीवन विच की खट्टिया, पुण्य जां पाप। साडे पुण्य जां पाप जदों असी हथ जोड़ के अरदास करते हैं, ये नाल खलोते ने साडे। इसलिए सतगुरु कहते फिर मैं किहड़े मूँह दे नाल उहदे चरनां विच खलो के अरदास करां, क्योंकि उहदे सामने मेरे पाप भी ने, उहदे सामने मेरे पुण्य भी ने, चंगे मंदे दोनों कर्म उहदे सामने ने। असी औगणां नाल भरे होए आ। ਉਹ ਗੱਲ ਵੱਖਰੀ है कि ਅਸੀਂ अपने औगण ਜ਼ਾਹਰ नहीं होण देना चाहते हैं कि उन्हां ते पड़दा पै जावे, उन्हां ते पड़दा पिया ही रवे। ये चाहत है, ये इच्छा है। इसलिए सतगुरु कहने उस वाहिगुरू दे अगे चंगा होवेगा कि तू आप ही अपने औगण उहदे सामने रख देवे।
ਚੰਗਾ ਹੋ ਗਿਆ ਆਪਣੇ ਪਾਪ ਉਹਦੇ ਅੱਗੇ ਆਪ ਹੀ ਰੱਖ ਦੇਵੇ। ਜਾਣਦਾ ਤਾਂ ਉਹ ਹੈ ਹੀ, ਬਿਨ ਬੋਲਿਆ ਸਭ ਕੁਝ ਜਾਣਦਾ। ਸਾਡੇ ਬਿਨਾਂ ਬੋਲਿਆ ਹੀ ਉਹ ਸਭ ਕੁਝ ਜਾਣਦਾ ਹੈ। ਨਾ ਵੀ ਦੱਸਾਂਗੇ ਉਹਨੂੰ ਤਾਂ ਵੀ ਪਤਾ ਹੈ, ਪਰ ਚੰਗਾ ਹੋਵੇਗਾ ਕਿ ਅਸੀਂ ਆਪ ਆਪਣੀ ਇਮਾਨਦਾਰੀ ਨਾਲ ਉਸ ਨੂੰ ਦੱਸ ਦਈਏ ਕਿ ਮੈਂ ਐਸਾ ਹਾਂ। ਪਾਪ ਕੀਤੇ ਹੋਣ ਚਾਹੇ ਪੁੰਨ ਕੀਤੇ ਹੋਣ, ਚੰਗਾ ਜੀਵਨ ਜੀਵਿਆ ਹੋਵੇ ਚਾਹੇ ਮੰਦਾ, ਕਿਸੇ ਨਾਲ ਮਾੜਾ ਕੀਤਾ ਹੋਵੇ ਕਿਸੇ ਨਾਲ ਚੰਗਾ, ਜੈਸੇ ਹਾਂ ਵੈਸੇ ਹੀ ਉਸ ਨੂੰ ਉਹਦੇ ਸਾਹਮਣੇ ਪੇਸ਼ ਹੋਣਾ, ਆਪਣੇ ਆਪ ਨੂੰ ਉਗਾੜ ਕੇ ਰੱਖ ਦੇਣਾ, ਫਿਰ ਗੱਲ ਬਣਦੀ। ਇਸ ਲਈ ਸਤਿਗੁਰੂ ਕਹਿੰਦੇ ਜੈਸਾ ਤੂੰ ਕਰੇ ਤੈਸਾ ਕੋ ਹੋਏ। हे ਸੱਚੇ ਪਾਤਸ਼ਾਹ, ਜੈਸਾ ਤੂੰ ਕਿਸੇ ਨੂੰ ਕਰਦਾ ਹੈ ਨਾ ਉਹ ਵੈਸਾ ਹੀ ਹੁੰਦਾ ਹੈ। ਹੁਣ ਗੁਰੂ ਸਾਹਿਬ ਦੀ ਵਿਸ਼ਾਲਤਾ ਅਤੇ ਗੁਰਮੁਖ ਦੀ ਭਗਤ ਦੀ ਸਾਧੂ ਦੀ ਦ੍ਰਿਸ਼ਟੀ ਐਸੀ ਹੈ ਕਿ ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਕਿਉਂਕਿ ਉਹ ਜਾਣਦਾ ਕਿ ਵਾਹਿਗੁਰੂ ਨੇ ਜੈਸਾ ਕਿਸੇ ਬੰਦੇ ਨੂੰ ਕਰ ਦਿੱਤਾ, ਬਣਾ ਦਿੱਤਾ, ਉਹ ਵੈਸਾ ਹੀ ਹੈ। ਜੈਸਾ ਤੂੰ ਕਰੇ ਤੈਸਾ ਕੋ ਹੋਏ, ਕਿ ਜਿਹੋ ਜਿਹਾ ਤੂੰ ਬੰਦੇ ਨੂੰ ਕਰ ਦਿੱਤਾ ਹੈ ਬੰਦਾ ਉਹੋ ਜਿਹਾ ਹੀ ਹੈ, ਬੰਦਾ ਵੈਸਾ ਹੀ। ਜੈਸਾ ਤੂੰ ਕਰੇ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾ ਹੀ ਕੋਏ। ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਹੈ, ਤੂੰ ਹੀ ਸਭ ਦੇ ਅੰਦਰ ਸਮਾਇਆ ਹੋਇਆ। ਜਿਹੀ ਤੂੰ ਮੱਤ ਦੇ ਤੇਹੀ ਕੋ ਪਾਵੇ। ਜਿਹੋ ਜੀ ਤੂੰ ਕਿਸੇ ਨੂੰ ਮੱਤ ਦਿੰਦਾ ਉਹ ਉਹੋ ਜੀ ਪਾਉਂਦਾ। ਖਿਆਲ ਰੱਖਣਾ ਇੱਥੇ ਗੁਰੂ ਦੀ ਦ੍ਰਿਸ਼ਟੀ ਦੇਖਣਾ ਕਿ ਗੁਰੂ ਸਭ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ, ਸਭ ਨੂੰ। ਕਈ ਲੋਕ ਗੁਰੂ ਨੂੰ ਨਹੀਂ ਪਸੰਦ ਕਰਦੇ, ਗੁਰੂ ਨੂੰ ਮੰਦਾ ਚੰਗਾ ਵੀ ਬੋਲਦੇ ਨੇ, ਉਹਨਾਂ ਨੂੰ ਵੀ ਪਿਆਰ ਕਰਦਾ ਹੈ। ਕਈ ਲੋਕ ਈਰਸ਼ਾ ਨਫ਼ਰਤ ਨਾਲ ਭਰੇ ਹੁੰਦੇ ਨੇ, ਉਹਨਾਂ ਨੂੰ ਵੀ ਉਹ ਪ੍ਰੇਮ ਕਰਦਾ ਇੱਕੋ ਜਿਹਾ। ਕਈ ਗੁਰੂ ਦੇ ਨਾਲ ਬਹੁਤ ਪ੍ਰੇਮ ਕਰਨ ਵਾਲੇ ਨੇ, ਉਹਦੀ ਸੇਵਾ ਵਿੱਚ ਜੁੜੇ ਰਹਿੰਦੇ ਨੇ, ਗੁਰੂ ਉਹਨਾਂ ਨੂੰ ਵੀ ਪ੍ਰੇਮ ਕਰਦਾ ਹੈ। ਗੁਰੂ ਦੇ ਮਨ ਵਿੱਚ ਇਹ ਕਦੇ ਵੀ ਨਹੀਂ ਆਉਂਦਾ ਕਿ ਇਹ ਬੰਦਾ ਪਾਪੀ ਹੈ, ਇਹ ਬੰਦਾ ਪੁੰਨ ਆਤਮਾ ਹੈ, ਇਹ ਬੰਦਾ ਦੂਸਰਿਆਂ ਨਾਲ ਨਫ਼ਰਤ ਕਰਦਾ ਹੈ, ਇਹ ਦੂਸਰਿਆਂ ਨਾਲ ਪਿਆਰ ਕਰਦਾ ਹੈ। ਇਹ ਨਫ਼ਰਤ ਕਰਦਾ ਹੈ ਇਸ ਕਰਕੇ ਮੈਂ ਇਹਨੂੰ ਨਹੀਂ ਮਿਲਣਾ, ਇਹ ਪਿਆਰ ਕਰਦਾ ਹੈ ਇਸ ਕਰਕੇ ਮੈਂ ਇਹਨੂੰ ਮਿਲਣਾ ਹੈ। ਨਾ, ਐਸਾ ਕਦੇ ਵੀ ਨਹੀਂ। ਕਿਉਂਕਿ ਉਹ ਇਹ ਕਹਿੰਦਾ ਹੈ ਕਿ ਵਾਹਿਗੁਰੂ ਨੇ ਜੈਸੀ ਕਿਸੇ ਨੂੰ ਮੱਤ ਦਿੱਤੀ ਹੈ ਬੰਦਾ ਵੈਸਾ ਹੀ ਹੈ। ਜੈਸੀ ਕਿਸੇ ਨੂੰ ਪਰਮੇਸ਼ਰ ਨੇ ਸੋਝੀ ਬਖਸ਼ੀ ਉਹ ਵੈਸਾ ਹੀ ਹੈ। ਇਸ ਲਈ ਉਹਦੇ ਨਾਲ ਨਫ਼ਰਤ ਕੈਸੀ, ਉਸ ਬੰਦੇ ਨਾਲ ਵੈਰ ਵਿਰੋਧ ਕਿਸ ਗੱਲ ਦਾ। ਇਸ ਲਈ ਖਿਆਲ ਰੱਖਣਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਜੀਵਨ ਦੇ ਵਿੱਚ ਬਹੁਤ ਕੁਝ ਵਾਪਰਦਾ ਹੈ, ਪਰ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਐਸਾ ਕੀਤਾ ਉਹਨਾਂ ਦੇ ਪ੍ਰਤੀ ਮਨ ਵਿੱਚ ਕੋਈ ਨਫ਼ਰਤ ਨਹੀਂ ਹੈ, ਕੋਈ ਵੀ ਵੈਰ ਨਹੀਂ ਉਹਨਾਂ ਦੇ ਪ੍ਰਤੀ। ਨਾ ਔਰੰਗਜ਼ੇਬ ਨਾਲ, ਨਾ ਔਰੰਗਜ਼ੇਬ ਦੇ ਬੱਚਿਆਂ ਨਾਲ। ਬਹਾਦਰ ਸ਼ਾਹ ਦੇ ਨਾਲ ਤਾਂ ਗੁਰੂ ਸਾਹਿਬ ਬਹੁਤ ਸਮਾਂ ਬਤੀਤ ਕਰਦੇ ਨੇ, ਕੋਈ ਨਫ਼ਰਤ ਨਹੀਂ, ਕੋਈ ਵੈਰ ਵਿਰੋਧ ਨਹੀਂ। ਇਸ ਲਈ ਧਰਮੀ ਬੰਦੇ ਦੀ ਦ੍ਰਿਸ਼ਟੀ ਬਿਲਕੁਲ ਵੱਖਰੀ ਹੈ ਦੁਨੀਆ ਨਾਲੋਂ, ਬਿਲਕੁਲ ਵੱਖਰੀ ਹੈ। ਸਤਿਗੁਰੂ ਕਹਿੰਦੇ ਜੈਸੀ ਤੂੰ ਮੱਤ ਦੇ ਤੈਸੀ ਕੋ ਪਾਵੇ। ਜਿਹੋ ਜੀ ਵਾਹਿਗੁਰੂ ਤੂੰ ਮੱਤ ਦਿੰਦਾ ਉਹੋ ਜੀ ਕੋਈ ਪ੍ਰਾਪਤ ਕਰਦਾ ਹੈ। ਅਸੀਂ ਆਪਣੇ ਪਰਿਵਾਰ ਵਿੱਚ ਹੀ ਦੇਖ ਲਈਏ ਕਿ ਸਾਡੇ ਪਰਿਵਾਰ ਦੇ ਮੈਂਬਰ, ਇੱਕ ਦੀ ਦ੍ਰਿਸ਼ਟੀ ਵੱਖਰੀ ਹੈ, ਦੂਸਰੇ ਦੀ ਵੱਖਰੀ। ਇੱਕ ਉਸੇ ਗੱਲ ਨੂੰ ਕਿਸੇ ਹੋਰ ਐਂਗਲ ਤੋਂ ਦੇਖਦਾ ਹੈ, ਇੱਕ ਕਿਸੇ ਹੋਰ ਐਂਗਲ ਤੋਂ ਦੇਖਦਾ ਹੈ। ਸਭ ਵੱਖੋ ਵੱਖਰੇ ਨੇ, ਪਰ ਵੱਖੋ ਵੱਖਰੇ ਹੋਣ ਦੇ ਬਾਵਜੂਦ ਅਸੀਂ ਉਹਨਾਂ ਨਾਲ ਈਰਸ਼ਾ ਕਰਦੇ ਹਾਂ, ਨਫ਼ਰਤ ਕਰਦੇ ਹਾਂ? ਨਹੀਂ, ਅਸੀਂ ਉਹਨਾਂ ਨੂੰ ਉਵੇਂ ਹੀ ਐਕਸੈਪਟ ਕਰਦੇ ਹਾਂ ਜਿਵੇਂ ਉਹ ਹੁੰਦੇ ਨੇ। ਅਸੀਂ ਉਵੇਂ ਹੀ ਪ੍ਰਵਾਨ ਕੀਤਾ ਉਹਨਾਂ ਸਾਰਿਆਂ ਨੂੰ। ਤੇ ਜਦੋਂ ਅਸੀਂ ਚਾਹੁੰਦੇ ਹਾਂ ਕਿ ਉਹ ਬਦਲ ਜਾਣ, ਸਾਡੇ ਮੁਤਾਬਕ ਹੋ ਜਾਣ, ਫਿਰ ਝਗੜਾ ਸ਼ੁਰੂ ਹੁੰਦਾ ਹੈ, ਫਿਰ ਸਾਡੇ ਘਰਾਂ 'ਚ ਕਲੇਸ਼ ਹੁੰਦਾ ਹੈ। ਜਦੋਂ ਅਸੀਂ ਬਦਲਣਾ ਚਾਹੁੰਦੇ ਹਾਂ, ਅਸੀਂ ਜਦੋਂ ਇਹ ਇਗਨੋਰ ਕਰ ਦਿੰਦੇ ਹਾਂ ਕਿ ਜੈਸੀ ਮੱਤ ਪ੍ਰਮਾਤਮਾ ਨੇ ਦਿੱਤੀ ਹੈ ਵੈਸਾ ਹੀ ਹੈ,
इस गल नूं भुला के जदों असीं उस नूं अपनी मुताबक मत मुताबक ढालण लगदे हां, फिर घरां विचों कलेश आरंभ हो जाते हैं। जदों असीं उस नूं वैसा ही रहन दिंदे हां जैसा वाहिगुरू ने उस नूं सिरजिआ, तदों फिर आनंद बनदा है, क्योंकि वो अपनी आज़ादी दे विच, असीं अपनी आज़ादी विच। यही तो गल गुरु साहब ने कही औरंगजेब नूं कि हिंदू उहनूं हिंदू धर्म विच आज़ादी मानण दे, तू इस्लाम विच आज़ादी मान, जिहड़ा जिथे है उहनूं उत्थे रहण दे, क्योंकि वाहिगुरू ने जिथे रखिया होया वो सही ही है। इसे गल दा ते झगड़ा है, होर तां कोई झगड़ा है ही नहीं औरंगजेब नाल। इसलिए सतगुरु समझाउंदे तुद आपे भावै ते मैं चलावै, जिवें तैनूं भाउंदा है वाहिगुरू तूं उवें चलाउणा है, तो उवें ही बंदे नूं तोरदा है। राग रतन परियां परवार, राग ते रागां दियां रागणियां। सतगुरु कहंदे राग रतन ने, राग रतन परियां परवार, रागां दा एक अपना परवार है संगीत। जिहड़ा बंदा राग दे विच उस परमात्मा की सिफत सलाह नूं सुणदा है जां गाउंदा है, राग दा एक अपना आनंद है। गुरु घर दे रागी उन्हां नूं गुरु साहब ने राग विच ही गाउण दी हदायत कीती है, ज़्यादातर राग विच ही। इसलिए समुची बाणी लगभग सारी बाणी वो रागां विच है, राग रहित बाणी बहुत घट है। गुरु साहब जिथे जाते हैं वो राग विच गाते हैं, क्योंकि राग एक पूरी लयबद्धता है, लयबद्धता दे विच चलदा है ते सुनने वाले नूं बन्न लैंदा है। सुनाउण वाले विच दम चाहीदा है, सुनने वाले की हिम्मत नहीं है कि उठ के चला जाए। अफसोस है इस गल का कि साडे कोल ऐसे रागी पंथ विच गिणे चुणे ने, उंगलां ते गिणे जाण वाले 2-4, वो भी बड़ी मुश्किल नाल, कि जिन्हां दी राग उत्ते बहुत ज़्यादा पकड़ है। अजकल राग ऑलमोस्ट खत्म होंदा जा रहा है, बस कुछ कुछ चीज़ां 2-4 राग ने बस उही पढ़े जाते हैं। सतगुरु कहते राग नूं जदों कोई सुणदा है, जदों कोई सुणाउंदा है, तां तिस विच उपजै अमृत सार, तां उस विच अमृत सार जो सब तो श्रेष्ठ है, जो सब तो उत्तम है, जो सब कासे दा सार है, वाहिगुरू दा नाम अमृत, वो राग राही साडे मन अंदर पैदा हो जाता है। कीर्तन राही जो तुसीं सुणदे हो तां आनंद वजदा ना, कीर्तन राही गुरु दे शब्द राही एक वखरा आनंद पैदा हुंदा है, ते उस आनंद राही वाहिगुरू दा नाम अमृत साडे मनां विच चर पैंदा है, जो सब कासे तो उत्तम है। तिस विच उपजै अमृत सार, नानक करते का ए धन माल। सतगुरु कहते वाहिगुरू दा आ असल धन है, उदा नाम, उदी बंदगी, उदा नाम अमृत। नानक करते का ए धन माल, जे को बूझै ए विचार, जे कोई बंदा इस विचार नूं बुझ लवे, जे कोई इस विचार नूं बुझ लै, जे कोई इस विचार नूं समझ लवे, जे कोई इस नूं जान ले। सतगुरु कहते किस गल नूं कि वाहिगुरू दा नाम ही सब धन है, नाम ही माल है, नाम ही सब कुछ है। जिन्हें इस नूं जान लिया कि उहदा सिमरन, उहदा सिमरन ते उहदी सेवा, उहदा स्मरण यही सब कुछ है। बस जिन्हों मिल गया वो तर गया, जिहदे ते उन्हें रहमत कर दी। इसलिए जिन्हां ने इस नाम धन नूं पा लिया वो बेप्रवाह, किसी गल तो दी परवाह नहीं करते। इसलिए ऐसे ही गुरमुखां दी याद विच आपां जुड़दे हां, जिन्हां ने गुरु तो अपना आपा वारिया, गुरु ने भी अपना रूप बख्श दिता उन्हां नूं। गुरु गोबिंद सिंह साहब महाराज चमकौर की गढ़ी विचों निकलते ने, खालसे ने हुक्म किया कि तुहानूं इहनूं छड्ड के जाना ही पवेगा। अद्धी रात नूं गुरु साहब
ਚਮਕੌਰ ਦੀ ਗੜੀ ਵਿੱਚੋਂ ਨਿਕਲੇ। ਨਿਕਲਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਨੂੰ ਸਤਿਗੁਰੂ ਨੇ ਆਪਣੀ ਕਲਗੀ ਦਿੱਤੀ, ਆਪਣਾ ਚੋਲਾ ਬਖਸ਼ਿਆ ਅਤੇ ਸਤਿਗੁਰੂ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਜਾਂਦੇ ਨੇ। ਤੇ ਉਸ ਤੋਂ ਬਾਅਦ ਅੱਜ ਦੇ ਦਿਨ, ਅੱਜ ਸਵੇਰੇ ਕਹਿ ਲਵੋ ਕਿ ਇਸ ਵਕਤ ਗੜੀ ਦੇ ਉੱਪਰ ਹਮਲਾ ਹੁੰਦਾ ਹੈ। ਚਮਕੌਰ ਦੀ ਗੜੀ ਤੇ ਜ਼ੋਰਦਾਰ ਹਮਲਾ ਕੀਤਾ ਜਾਂਦਾ ਹੈ। ਦਰਵਾਜ਼ੇ ਭੰਨ ਕੇ ਸਿਪਾਹੀ ਅੰਦਰ ਆ ਵੜਦੇ ਨੇ ਤਾਂ ਸਿਰਫ 8-10 ਕੁ ਸਿੰਘ ਗੜੀ ਦੇ ਵਿੱਚ ਮੌਜੂਦ ਸਨ। ਉਹਨਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਉਹ ਸਾਰੇ ਦੇ ਸਾਰੇ ਸ਼ਹੀਦ ਹੋ ਜਾਂਦੇ ਨੇ। ਅਖੀਰ ਭਾਈ ਸੰਗਤ ਸਿੰਘ ਬਚਦੇ ਨੇ। ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਮਝ ਕੇ, ਕਿਉਂਕਿ ਉਹਨਾਂ ਦੇ ਸੀਸ ਤੇ ਕਲਗੀ ਸਜੀ ਸੀ, ਗੁਰੂ ਸਾਹਿਬ ਜੀ ਦਾ ਕਮਾਨ ਉਹਨਾਂ ਦੇ ਹੱਥ ਵਿੱਚ ਸੀ ਤੇ ਉਹਨਾਂ ਨੂੰ ਲੱਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਨੇ। ਉਹਨਾਂ ਨੇ ਭਾਈ ਸੰਗਤ ਸਿੰਘ ਦੇ ਉੱਪਰ ਹਮਲਾ ਕੀਤਾ। ਭਾਈ ਸੰਗਤ ਸਿੰਘ ਜਿੰਨੀ ਦੇਰ ਤੱਕ ਮੁਕਾਬਲਾ ਕਰ ਸਕਦੇ ਸਨ ਉਹਨਾਂ ਨੇ ਕੀਤਾ। ਫਿਰ ਅਖੀਰ ਉਹ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦਾ ਸੀਸ ਧੜ ਤੋਂ ਅਲੱਗ ਕਰਕੇ ਫਿਰ ਸਰਹੰਦ ਲਿਆਇਆ ਜਾਂਦਾ। ਸਰਹੰਦ ਉਹਨਾਂ ਨੇ ਖੁਸ਼ੀਆਂ ਮਨਾਈਆਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਲਿਆ, ਉਹਨਾਂ ਨੂੰ ਮਾਰ ਦਿੱਤਾ। ਗੁਰੂ ਸਾਹਿਬ ਦਾ ਸੀਸ ਦਿੱਲੀ ਭੇਜਿਆ ਜਾਂਦਾ ਹੈ। ਜੋ ਉਹਨਾਂ ਨੇ ਸੰਗਤ ਸਿੰਘ ਦਾ ਸੀਸ ਕੱਟਿਆ, ਉਹਨਾਂ ਨੂੰ ਲੱਗਿਆ ਕਿ ਅਸੀਂ ਆਪਣਾ ਕੰਮ ਕਰ ਲਿਆ। ਕਵੀ ਸੈਨਾਪਤੀ ਨੇ ਸ਼੍ਰੀ ਗੁਰੂ ਸੋਭਾ ਵਿੱਚ ਲਿਖਿਆ ਕਿ ਭਾਈ ਸੰਗਤ ਸਿੰਘ ਦਾ ਸੀਸ ਵੱਢ ਕੇ ਸਰਹੰਦ ਤੋਂ ਦਿੱਲੀ ਭੇਜਿਆ ਗਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰ ਲਿਆ। ਪਰ ਇਹ ਉਹਨਾਂ ਦਾ ਭੁਲੇਖਾ ਥੋੜ੍ਹੀ ਹੀ ਦੇਰ ਬਾਅਦ ਵਿੱਚ ਦੂਰ ਹੋ ਜਾਂਦਾ ਹੈ। ਅੱਜ ਦੇ ਦਿਨ ਸਵੇਰੇ ਭਾਈ ਸੰਗਤ ਸਿੰਘ ਦੀ ਸ਼ਹਾਦਤ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਛੀਵਾੜੇ ਵਾਲੇ ਪਾਸੇ ਨੂੰ ਚੱਲ ਪੈਂਦੇ ਨੇ। ਭਾਈ ਸੰਗਤ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਤੋਂ ਇੱਕ ਦਿਨ ਉਮਰ ਵਿੱਚ ਛੋਟੇ ਸਨ। ਗੁਰੂ ਸਾਹਿਬ ਦੇ ਜਨਮ ਤੋਂ ਅਗਲੇ ਦਿਨ ਭਾਈ ਸੰਗਤ ਸਿੰਘ ਦਾ ਜਨਮ ਹੋਇਆ ਸੀ। ਉਹਨਾਂ ਦਾ ਚਿਹਰਾ ਮੋਹਰਾ ਵੀ ਗੁਰੂ ਸਾਹਿਬ ਜੀ ਦੇ ਨਾਲ ਕਾਫੀ ਹੱਦ ਤੱਕ ਰਲਦਾ ਮਿਲਦਾ ਸੀ। ਇਸ ਲਈ ਗੁਰੂ ਸਾਹਿਬ ਨੇ ਉਹਨਾਂ ਦੇ ਸੀਸ ਉੱਪਰ ਕਲਗੀ ਸਜਾਈ ਸੀ। ਭਾਈ ਸੰਗਤ ਸਿੰਘ ਗੁਰੂ ਦੇ ਲੇਖੇ ਆਪਣਾ ਜੀਵਨ ਲਾ ਕੇ ਅੱਜ ਦੇ ਦਿਨ ਸ਼ਹੀਦ ਹੋਏ ਅਤੇ ਚਮਕੌਰ ਦੀ ਗੜੀ ਦੇ ਸ਼ਹੀਦਾਂ ਵਿੱਚ ਉਹਨਾਂ ਦਾ ਨਾਮ ਦਰਜ ਹੋਈਆਂ ਭੁੱਲਾਂ ਲਿਖੇਵਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।